प्यारे विद्यार्थियों, मैं अंजू बाला सरकारी सीनियर सैकेंडरी स्कूल करमगढ़। मैं पहला तुहाडे नाल एक वीडियो साझी कीती सी जिस विच आपां 10वीं दे पाठ 8वां कि जीव प्रजनन किवें करदे हन पढ़िया सीगा। उस दे विच आपां अलिंगी प्रजनन दी सारी डिटेल विच कीतियां सी ते अज आपां जिहड़ा है लिंगी प्रजनन बारे करन जा रहे हां। लिंगी प्रजनन हुंदा की है? सब तो पहला तो आपां ये देखना है कि ਅਸੀਂ ਲਿੰਗੀ ਪ੍ਰਜਨਨ ਕਿਸ ਨੂੰ ਕਹਿੰਦੇ ਹਾਂ। ਲਿੰਗੀ ਪ੍ਰਜਨਨ ਜਿਹੜਾ ਹੈ ਉਹ ਹੁੰਦਾ ਹੈ ਕਿ ਜਦੋਂ ਕੋਈ ਨਵੀਂ ਸੰਤਾਨ ਪੈਦਾ ਕਰਨ ਦੇ ਲਈ ਦੋ ਜੀਵਾਂ ਦੀ ਸਾਂਝੇਦਾਰੀ ਦੀ ਜ਼ਰੂਰਤ ਹੁੰਦੀ ਹੈ। ਨਾ ਤਾਂ ਕੋਈ ਇਕੱਲਾ ਨਰ ਜੀਵ ਤੇ ਨਾ ਮਾਦਾ ਜੀਵ ਜਿਹੜਾ ਹੈ ਨਵਾਂ ਜੀਵ ਪੈਦਾ ਕਰ ਸਕਦਾ। ਇਸ ਲਈ ਨਰ ਅਤੇ ਮਾਦਾ ਦੋਵਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਉਸ ਨੂੰ ਲਿੰਗੀ ਪ੍ਰਜਨਨ ਕਿਹਾ ਜਾਂਦਾ ਹੈ। ਅੱਜ ਆਪਾਂ ਜੋ ਪੜਾਂਗੇ ਕੰਟੈਂਟ ਸਾਡਾ ਹੈ ਕਿ ਪੌਦਿਆਂ ਵਿੱਚ ਲਿੰਗੀ ਪ੍ਰਜਨਨ, ਸੈਕਸ਼ੂਅਲ ਰਿਪਰੋਡਕਸ਼ਨ ਇਨ ਪਲਾਂਟਸ ਐਂਡ ਰਿਪਰੋਡਕਸ਼ਨ ਇਨ ਹਿਊਮਨ ਬੀਇੰਗਸ। ਬਈ ਮਨੁੱਖਾਂ ਵਿੱਚ ਜਨਨ ਕਿਰਿਆ। ਮਨੁੱਖਾਂ ਵਿੱਚ ਜਨਨ ਕਿਰਿਆ ਦੇ ਵਿੱਚ ਆਪਾਂ ਪੜਾਂਗੇ ਮੇਲ ਰਿਪਰੋਡਕਟਿਵ ਸਿਸਟਮ, ਫੀਮੇਲ ਰਿਪਰੋਡਕਟਿਵ ਸਿਸਟਮ, ਫਰਟੀਲਾਈਜੇਸ਼ਨ, ਮੈਂਸਟ੍ਰੂਏਸ਼ਨ ਤੇ ਰਿਪਰੋਡਕਟਿਵ ਹੈਲਥ। ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਜਿਹੜਾ ਹੈ ਫੁੱਲ ਉਹਦੇ ਕਿੰਨੇ ਭਾਗ ਹੁੰਦੇ। ਆਪਾਂ ਜੇ ਦੇਖੀਏ ਤਾਂ ਫੁੱਲ ਦੇ ਅਸੀਂ 5 ਭਾਗ ਪੜ੍ਹਦੇ ਹਾਂ। ਕਿਹੜੇ ਕਿਹੜੇ? ਡੰਡੀ ਹੁੰਦੀ ਹੈ ਉਹਦੇ ਵਿੱਚ ਤੇ ਹਰੀਆਂ ਪੱਤੀਆਂ, ਰੰਗਦਾਰ ਪੱਤੀਆਂ, ਇਸਤਰੀ ਕੇਸਰ। ਪੁੰਕੇਸਰ ਤੇ ਇਸਤਰੀ ਕੇਸਰ ਜਿਹੜੇ ਆ ਉਹ ਫੁੱਲ ਦੇ ਕੀ ਹੁੰਦੇ ਨੇ? ਜਨਨ ਅੰਗ ਹੁੰਦੇ ਨੇ। ਤੇ ਜਿਹੜੇ ਫੁੱਲਾਂ ਦੇ ਵਿੱਚ ਕੱਲਾ ਨਰ ਭਾਗ ਜਾਂ ਕੱਲਾ ਮਾਦਾ ਭਾਗ ਹੁੰਦਾ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਇੱਕ ਲਿੰਗੀ ਫੁੱਲ। ਤੇ ਜਿਨ੍ਹਾਂ ਦੇ ਵਿੱਚ ਪੁੰਕੇਸਰ ਤੇ ਇਸਤਰੀ ਕੇਸਰ ਦੋਵੇਂ ਹੁੰਦੇ ਆ ਉਹਨਾਂ ਨੂੰ ਦੋ ਲਿੰਗੀ ਫੁੱਲ ਕਿਹਾ ਜਾਂਦਾ। ਤੇ ਆਹ ਦੇਖੋ ਬੇਟੇ ਡਾਇਗ੍ਰਾਮ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਆਹ ਜਿਹੜਾ ਸਾਡਾ ਪੁੰਕੇਸਰ ਹੈ ਨਰ ਭਾਗ ਹੈ ਤੇ ਆਹ ਵਿਚਾਲੇ ਜਿਹੜੇ ਫੁੱਲ ਤੇ ਕੀ ਹੁੰਦਾ? ਮਾਦਾ ਭਾਗ। ਹੁਣ ਪੁੰਕੇਸਰ ਦੇ ਵਿੱਚ ਆ ਫਿਲਾਮੈਂਟ ਹੁੰਦਾ ਹੈ ਤੇ ਆ ਉੱਪਰ ਜਿਹੜੀ ਰਚਨਾ ਹੈ ਇਸ ਨੂੰ ਅਸੀਂ ਕੀ ਕਹਿੰਦੇ ਆ? ਪਰਾਗ ਕੋਸ਼। ਇਹਦੇ ਵਿੱਚ ਪਰਾਗ ਕਣ ਮੌਜੂਦ ਹੁੰਦੇ ਆ ਜੋ ਕਿ ਇੱਕ ਪੀਲੇ ਰੰਗ ਦੇ ਪਾਊਡਰ ਦੇ ਰੂਪ ਵਿੱਚ ਹੁੰਦੇ ਹਨ। ਤੇ ਆ ਵਿਚਾਲੇ ਜਿਹੜਾ ਹਿੱਸਾ ਹੈ ਇਹਨੂੰ ਅਸੀਂ ਕੀ ਕਹਿੰਦੇ? ਸਾਰੇ ਨੂੰ ਇਸਤਰੀ ਕੇਸਰ। ਆ ਵਿਚਾਲੇ ਜਿਹੜਾ ਹੈ ਉੱਭਰਿਆ ਹੋਇਆ ਹਿੱਸਾ ਇਹਨੂੰ ਅੰਡਕੋਸ਼ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆਹ ਲੰਬਾ ਹਿੱਸਾ ਜਿਹੜਾ ਹੈ ਇਹਨੂੰ ਸਟਾਈਲ ਤੇ ਇਹਦੇ ਉੱਪਰ ਆਹ ਜਿਹੜਾ ਭਾਗ ਹੈ ਇਸਨੂੰ ਸਟਿਗਮਾ ਕਿਹਾ ਜਾਂਦਾ ਹੈ। ਤੇ ਹੁਣ ਅਸੀਂ ਦੇਖਦੇ ਹਾਂ ਕਿ ਅੰਡਕੋਸ਼ ਵਿੱਚ ਬੀਜ ਅੰਡ ਹੁੰਦੇ ਹਨ ਤੇ ਹਰ ਇੱਕ ਬੀਜ ਅੰਡ ਵਿੱਚ ਇੱਕ ਅੰਡ ਸੈੱਲ ਹੁੰਦਾ ਹੈ। ਤੇ ਪਰਾਗ ਕਣ ਜਿਹੜੇ ਹੈ ਉਹ ਕਾਦੇ ਵਿੱਚ ਆਉਂਦੇ ਨੇ? ਇਹਦੇ ਵਿੱਚ ਸਟਿਗਮਾ ਤੋਂ ਹੋ ਕੇ ਸਟਿਗਮਾ ਸਟਾਈਲ ਤੋਂ ਹੋ ਕੇ ਅੰਡਕੋਸ਼ ਵਿੱਚ ਆਉਂਦੇ ਨੇ। ਹੁਣ ਆਪਾਂ ਅੱਗੇ ਪੜਾਂਗੇ ਪੋਲੀਨੇਸ਼ਨ। ਪੋਲੀਨੇਸ਼ਨ ਮਤਲਬ ਪਰਾਗਣ ਕਿਰਿਆ। ਪਰਾਗਣ ਕਿਰਿਆ ਕੀ ਹੁੰਦੀ ਹੈ? ਜਦੋਂ ਕੋਈ ਵੀ ਫੁੱਲ ਦੇ ਪਰਾਗ ਕਣ ਪੁੰਕੇਸਰ ਤੋਂ ਸਟਿਗਮਾ ਤੱਕ ਜਾਂਦੇ ਨੇ ਤਾਂ ਉਸਨੂੰ ਪਰਾਗਣ ਕਹਿੰਦੇ ਨੇ। ਪਰ ਪਰਾਗਣ ਦੋ ਤਰ੍ਹਾਂ ਦਾ ਹੁੰਦਾ। ਦੇਖੋ ਬੇਟੇ, ਸੈਲਫ ਪੋਲੀਨੇਸ਼ਨ ਮਤਲਬ ਸਵੈ ਪਰਾਗਣ, ਕ੍ਰਾਸ ਪੋਲੀਨੇਸ਼ਨ ਮਤਲਬ ਪਰਪਰਾਗਣ। ਸਵੈ ਪਰਾਗਣ ਕੀ ਹੁੰਦਾ? ਜਦੋਂ ਕਿ ਪਰਾਗ ਕਣਾਂ ਦਾ ਪਰਿਵਹਨ ਉਸੇ ਫੁੱਲ ਦੇ ਸਟਿਗਮਾ ਤੇ ਹੁੰਦਾ। ਸੇਮ ਫੁੱਲ ਤੇ ਮਤਲਬ ਉਸੇ ਫੁੱਲ ਦੇ ਉੱਪਰ ਜਿਹੜੇ ਪਰਾਗ ਕਣ ਹੈ ਉਸੇ ਫੁੱਲ ਦੇ ਸਟਿਗਮਾ ਤੇ ਜਾਂਦੇ ਆ ਤਾਂ ਉਸਨੂੰ ਸਵੈ ਪਰਾਗਣ ਕਿਹਾ ਜਾਂਦਾ ਹੈ। ਤੇ ਜਦੋਂ ਪਰਾਗ ਕਣ ਜਿਹੜੇ ਇੱਕ ਫੁੱਲ ਤੋਂ ਦੂਜੇ ਫੁੱਲ ਦੇ ਸਟਿਗਮਾ ਤੇ ਪਰਿਵਹਨ ਕਰਦੇ ਆ ਤਾਂ ਉਸਨੂੰ ਪਰਪਰਾਗਣ ਕਿਹਾ ਜਾਂਦਾ। ਤੇ ਪਰਾਗਣ ਦੇ ਲਈ ਸਾਨੂੰ ਵਾਹਕਾਂ ਦੀ ਲੋੜ ਹੁੰਦੀ ਹੈ। ਜਿਵੇਂ ਆ ਦੇਖੋ ਇਨਸੈਕਟ, ਵਿੰਡ, ਵਾਟਰ ਮਤਲਬ ਕੀੜੇ ਮਕੌੜੇ, ਹਵਾ ਤੇ ਪਾਣੀ। ਹੁਣ ਪੋਲੀਨੇਸ਼ਨ ਸਮਝ ਆ ਗਈ ਬੇਟੇ। ਪਰਾਗਣ ਕਿਰਿਆ ਕੀ ਹੁੰਦੀ ਹੈ? ਪਰਾਗ ਕਣਾਂ ਦਾ ਜਿਹੜਾ ਹੈ ਕਾਦੇ ਤੱਕ ਜਾਣਾ? ਸਟਿਗਮਾ ਤੱਕ ਜਾਣਾ। ਉਹ ਕੀ ਹੁੰਦਾ? ਪਰਾਗਣ। ਤੇ ਪਰਾਗਣ ਦੋ ਤਰ੍ਹਾਂ ਦਾ ਹੈ। ਪੋਲੀਨੇਸ਼ਨ ਦੋ ਤਰ੍ਹਾਂ ਦੀ ਹੈ, ਸੈਲਫ ਪੋਲੀਨੇਸ਼ਨ, ਕ੍ਰਾਸ। ਸੈਲਫ ਪੋਲੀਨੇਸ਼ਨ ਦੇ ਵਿੱਚ ਕੀ ਹੈ ਕਿ ਪਰਾਗ ਕਣ ਉਸੇ ਫੁੱਲ ਦੇ ਪਰਾਗ ਕਣ ਉਸੇ ਫੁੱਲ ਦੇ ਸਟਿਗਮਾ ਤੇ ਜਾਂਦੇ ਆ। ਤੇ ਪਰਪਰਾਗਣ ਜਾਂ ਕ੍ਰਾਸ ਪੋਲੀਨੇਸ਼ਨ ਦੇ ਵਿੱਚ ਕੀ ਹੁੰਦਾ ਕਿ ਪਰਾਗ ਕਣ ਇੱਕ ਫੁੱਲ ਤੋਂ ਦੂਜੇ ਫੁੱਲ ਦੇ ਸਟਿਗਮਾ ਤੇ ਜਾਂਦੇ।
ਇਹਨੂੰ ਅਸੀਂ ਪਰਪਰਾਗਣ ਕਹਿੰਦੇ ਹਾਂ। ਹੁਣ ਸਾਡੇ ਕੋਲ ਆ ਗਈ ਫਰਟੀਲਾਈजेशन मतलब निषेचन क्रिया। निषेचन क्रिया की ਹੁੰਦੀ ਹੈ? ਹੁਣ ਬੇਟੇ ਦੇਖੋ ਪਰਾਗਕਣ ਇੱਥੇ ਸਟਿਗਮਾ ਤੇ ਆ ਗਏ। ਦੇਖੋ ਸਟਿਗਮਾ ਤੋਂ ਬਾਅਦ ਇਹ ਅੰਡਕੋਸ਼ ਤੱਕ ਜਾਣ ਲਈ ਇੱਕ ਨਾਲੀ ਦੇ ਰੂਪ ਵਿੱਚ ਮਤਲਬ ਇੱਕ ਨਾਲੀ ਬਣਾਉਂਦੇ ਆ ਜਿਹੜੀ ਕਿ ਅੰਡਕੋਸ਼ ਤੱਕ ਆਉਂਦੀ ਹੈ ਤੇ ਉਹ ਸਟਾਈਲ ਵਿੱਚੋਂ ਦੀ ਹੁੰਦੀ ਹੋਈ ਬੀਜ ਅੰਡ ਤੱਕ ਪਹੁੰਚਦੀ ਹੈ। ਤੇ ਨਿਸ਼ੇਚਨ ਤੋਂ ਬਾਅਦ ਕੀ ਹੁੰਦਾ ਹੈ ਕਿ ਯੁਗਮਜ ਬਣਦਾ ਹੈ ਤੇ ਉਹ ਯੁਗਮਜ ਦੇਖੋ ਆ ਦੇਖੋ ਅਸੀਂ ਇੱਥੇ ਪੜ੍ਹਦੇ ਹਾਂ ਇਨ ਓਵਿਊਲ ਮੇਲ ਜਰਮ ਸੈਲਸ ਫਿਊਜ਼ਸ ਵਿਦ ਫੀਮੇਲ ਜਰਮ ਸੈਲਸ ਤੇ ਕੀ ਬਣਦਾ ਜ਼ਾਈਗੋਟ। ਇਹਨੂੰ ਅਸੀਂ ਫਰਟੀਲਾਈजेशन ਕਹਿੰਦੇ ਹਾਂ। ਇਹਨੂੰ ਅਸੀਂ ਕੀ ਕਹਿੰਦੇ ਹਾਂ ਨਿਸ਼ੇਚਨ ਜਾਂ ਫਰਟੀਲਾਈजेशन। ਇਹਦੇ ਲਈ ਤੁਹਾਨੂੰ ਸਮਝ ਆ ਗਿਆ ਨਾ ਕਿ ਨਰ ਜਨਨ ਸੈੱਲ ਜਿਹੜੇ ਆ ਉਹ ਮਤਲਬ ਜਿਹੜੇ ਪਰਾਗ ਕਣ ਨੇ ਉਹ ਸਟਿਗਮਾ ਤੋਂ ਸਟਾਈਲ ਵਿੱਚੋਂ ਦੀ ਹੁੰਦੇ ਹੋਏ ਇੱਕ ਨਲੀ ਦੇ ਰੂਪ ਵਿੱਚ ਮਤਲਬ ਇੱਕ ਲੰਬੀ ਨਲੀ ਵਿਕਸਿਤ ਕਰ ਲੈਂਦੇ ਜਿਹਦੇ ਵਿੱਚੋਂ ਉਹ ਬੀਜ ਅੰਡ ਤੱਕ ਪਹੁੰਚਦੇ ਨੇ। ਉਸ ਤੋਂ ਬਾਅਦ ਬੇਟੇ ਆਪਾਂ ਇਹ ਦੇਖਿਆ ਕਿ ਇਹਦੇ ਵਿੱਚ ਜਦੋਂ ਇਹਦੇ ਵਿੱਚ ਸਾਡੇ ਕੋਲ ਕੀ ਹੈ ਅੰਡਕੋਸ਼ ਦੇ ਵਿੱਚ ਬੀਜ ਅੰਡ ਹੁੰਦਾ ਹੈ ਤੇ ਇਧਰੋਂ ਪਰਾਗ ਕਣ ਹੈ ਤਾਂ ਜਿਹੜੀ ਕਿਰਿਆ ਹੋ ਜਾਂਦੀ ਹੈ ਨਿਸ਼ੇਚਨ। ਤੇ ਫਿਰ ਫਰਟੀਲਾਈजेशन ਤੋਂ ਬਾਅਦ ਜਿਹੜਾ ਜ਼ਾਈਗੋਟ ਹੈ ਠੀਕ ਹੈ ਜਿਹੜਾ ਯੁਗਮਜ ਹੈ ਉਹ ਡਿਵੈਲਪ ਹੋ ਜਾਂਦਾ मतलब ਤੇ ਕੀ ਬਣਾ ਦਿੰਦਾ ਦੇਖੋ ਐਮਬ੍ਰਿਓ। ਐਮਬ੍ਰਿਓ मतलब ਭਰੂਣ ਠੀਕ ਹੈ ਤੇ ਉਹ ਕਾਦੇ ਵਿੱਚ ਡਿਵੈਲਪ ਹੁੰਦਾ ਹੈ ਸੀਡ ਦੇ ਵਿੱਚ मतलब ਬੀਜ ਦੇ ਵਿੱਚ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਿਹੜੀ ਓਵਰੀ ਹੈ ਬੀਜ ਅੰਡ ਹੈ ਜਿਹੜੇ मतलब ਅੰਡਕੋਸ਼ ਤੇਜ਼ੀ ਨਾਲ ਵਾਧਾ ਕਰਦਾ ਹੈ ਤੇ ਉਹ ਫਲ ਬਣ ਜਾਂਦਾ ਫਰੂਟ ਬਣ ਜਾਂਦਾ। ਉਸ ਤੋਂ ਬਾਅਦ ਸਾਡੇ ਕੋਲ ਹੈ ਰੀਪਰੋਡਕਸ਼ਨ ਇਨ ਹਿਊਮਨ ਬੀਂਗ। ਹੁਣ ਰੀਪਰੋਡਕਸ਼ਨ ਇਨ ਹਿਊਮਨ ਬੀਂਗਸ ਦੇ ਵਿੱਚ ਪੜ੍ਹਨ ਤੋਂ ਪਹਿਲਾਂ ਬੇਟੇ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਸਰੀਰ ਦੇ ਵਿੱਚ ਅਸੀਂ ਹਿਊਮਨ ਬੀਂਗ ਹੈ ਤੇ ਸਾਡੇ ਸਰੀਰ ਦੇ ਵਿੱਚ ਮਤਲਬ ਇੱਕ ਉਮਰ ਜਿਹੜੀ ਹੈ ਉਸ ਤੋਂ ਬਾਅਦ ਪਰਿਵਰਤਨ ਆਉਣੇ ਸ਼ੁਰੂ ਹੋ ਜਾਂਦੇ ਕਿ ਉਹ ਉਸ ਏਜ ਨੂੰ ਅਸੀਂ ਕੀ ਕਹਿੰਦੇ ਹਾਂ ਕਿਸ਼ੋਰ ਅਵਸਥਾ। ਤੇ ਕਿਸ਼ੋਰ ਅਵਸਥਾ ਵਿੱਚ ਜਿਹੜੇ ਪਰਿਵਰਤਨ ਆਉਂਦੇ ਆ ਉਹ ਸਾਨੂੰ ਦਿਖਾਈ ਵੀ ਦਿੰਦੇ ਆ ਤੇ ਅਸੀਂ ਮਤਲਬ ਉਹਨਾਂ ਨੂੰ ਸਮਝ ਵੀ ਸਕਦੇ ਹਾਂ। ਸਾਨੂੰ ਉਹਨਾਂ ਬਾਰੇ ਨੌਲੇਜ ਵੀ ਹੋਣੀ ਚਾਹੀਦੀ ਹੈ। ਇਹ ਪਰਿਵਰਤਨ ਲੜਕੇ ਅਤੇ ਲੜਕੀਆਂ ਦੋਨਾਂ ਵਿੱਚ ਆਉਂਦੇ ਆ। ਮਤਲਬ ਇੱਕ ਤਾਂ ਅਸੀਂ ਦੇਖਦੇ ਹਾਂ ਕਿ ਬੋਡੀ ਤੇ ਵਾਲ ਆਣੇ ਸ਼ੁਰੂ ਹੋ ਜਾਂਦੇ ਠੀਕ ਹੈ ਹੇਅਰ ग्रो करने शुरू करते हैं आर्म्स से आर्मपिट्स से लेग्स से स्किन जी है वो थोड़ी ऑयली हो जाती है। कदे कदे किसी के जोड़े है किल मुहासे जिन्हें आप कहते हैं फुंसियां भी निकलनियां शुरू हो जांदियां। लड़कियां दे विच ब्रैस्ट डिवेलप हो जाती है आकार वधन लगता है ते उन्हां नूं माहवारी आनी शुरू हो जाती है। मुंडियां दे मूँह ते मुच्छां दाढ़ी होनी शुरू हो जाती है उन्हां दी आवाज़ फटन लग जाती है। ये सारे परिवर्तन जिहड़े आ हौली हौली साडे शरीर विच हुंदे हन ते जिवें जिवें शरीर दे वाधे दी दर मतलब धीमी हुंदी है उवें उवें लिंगी टिशू जिहड़े आ ओह परिपक्व होना शुरू हो जाते हैं। ते किशोर अवस्था दे इस काल नूं की कहंदे आ प्रौढ़ता जां प्यूबर्टी। हुण आपां मेल रिप्रोडक्टिव सिस्टम बारे पढ़ांगे। नर जनन प्रणाली। नर जनन प्रणाली की है कि नर जनन सैलों का उत्पादन करने वाले अंग ते जनन सैलों नूं निषेचन के स्थान तक पहुँचाने वाले अंग उन्होंने संयुक्त रूप में असीं की कहने नर जनन प्रणाली। समझ आ गई बेटा। नर जनन सैलों का उत्पादन करने वाले अंग ते जनन सैलों नूं निषेचन के स्थान तक पहुँचाने वाले अंग उन्होंने संयुक्त रूप में नर जनन प्रणाली कहा जाता है। नर जनन प्रणाली जिहड़ी ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਜੋੜੀ ਜਿਹੜੀ ਹੈ ਪਤਾਲੂ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਟੈਸਟਿਸ ਕਹਿੰਦੇ ਆ। ਟੈਸਟਿਸ ਦੇ ਵਿੱਚੋਂ ਕੀ ਪੈਦਾ ਹੁੰਦੇ ਆ ਸ਼ੁਕਰਾਣੂ ਪੈਦਾ ਹੁੰਦੇ ਤੇ ਇਹ ਸ਼ੁਕਰਾਣੂ ਜਿਹੜੇ ਆ ਇਹ ਸ਼ੁਕਰਾਣੂ ਵੈਲੀ ਦੁਆਰਾ ਕਿੱਥੇ ਜਾਂਦੇ ਆ ਬੋਲੋ ਸ਼ੁਕਰਾਣੂ ਵੈਲੀ ਦੁਆਰਾ ਇਹ ਪਰਿਵਹਨ ਕਰਦੇ ਆ ਤੇ ਮੂਤਰ ਮਸਾਨੇ ਤੋਂ ਆਉਣ ਵਾਲੀ ਵੀ ਜਿਹੜੀ ਨਾਲੀ ਹੈ ਉਹ ਸ਼ੁਕਰਾਣੂ ਵੈਲੀ ਨਾਲ ਜੁੜ ਕੇ ਇੱਕ ਸੰਯੁਕਤ ਨਾਲੀ ਬਣਾਉਂਦੀ ਹੈ। ਇਸ ਕਰਕੇ ਸ਼ੁਕਰਾਣੂ ਵਾਸਤੇ ਤੇ ਮੂਤਰ ਵਾਸਤੇ ਇੱਕ ਇਹ ਸਾਂਝਾ ਰਸਤਾ ਬਣ ਜਾਂਦਾ ਹੈ। ਤੇ ਪ੍ਰੋਸਟੇਟ ਗ੍ਰੰਥੀ ਠੀਕ ਹੈ ਤੇ ਸੈਮੀਨਲ ਵੈਸਿਕਲਸ मतलब ਵੀਰਜ ਥੈਲੀ ਇਹ ਜਿਹੜੇ ਹੈ
ਕੀ ਕਰਦੇ, ਇੱਕ ਰਿਸਾਓ ਕਰਦੇ ਹੈ ਜਿਹੜਾ ਕਿ ਸ਼ੁਕਰਾਣੂ ਵੈਲੀ ਵਿੱਚ ਆਉਂਦਾ ਹੈ ਤੇ ਇਹਦੇ ਨਾਲ ਸ਼ੁਕਰਾਣੂ ਜਿਹੜੇ ਹੈ ਇੱਕ ਤਰਲ ਮਾਧਿਅਮ ਵਿੱਚ ਆ ਜਾਂਦੇ ਹਨ ਤੇ ਇਹਨਾਂ ਦਾ ਪਰਿਵਹਨ ਜਿਹੜਾ ਹੈ ਉਹ ਸੌਖ ਨਾਲ ਹੋ ਜਾਂਦਾ ਹੈ। ਤੇ ਸ਼ੁਕਰਾਣੂ ਜਿਹੜੇ ਸੂਖਮ ਰਚਨਾਵਾਂ ਹੁੰਦੀਆਂ, ਦੇਖੋ ਬੇਟੇ ਆ ਸ਼ੁਕਰਾਣੂ ਦਾ ਡਾਇਗਰਾਮ ਹੈ, ਇਹਦੇ ਵਿੱਚ ਇੱਕ ਹੈਡ ਭਾਗ ਹੈ ਤੇ ਇੱਕ ਟੇਲ, ਦੋ ਹਿੱਸੇ ਹੁੰਦੇ। ਇਹਦੀ ਟੇਲ ਜਿਹੜੀ ਹੈ ਉਹ ਲੰਬੀ ਹੁੰਦੀ ਹੈ ਪੂੰਛ, ਤਾਂ ਜੋ ਇਹ ਇਸ ਨੂੰ ਮਾਦਾ ਜਨਨ ਸੈੱਲਾਂ ਤੱਕ ਤੈਰਨ ਵਿੱਚ ਮਦਦ ਕਰਦੀ ਹੈ। ਉਸ ਤੋਂ ਬੇਟੇ ਬਾਅਦ ਹੈ ਫੀਮੇਲ ਰਿਪਰੋਡਕਟਿਵ ਸਿਸਟਮ, ਮਤਲਬ ਮਾਦਾ ਜਨਨ ਪ੍ਰਣਾਲੀ। ਮਾਦਾ ਜਨਨ ਸੈੱਲ ਜਾਂ ਸੈੱਲ ਅੰਡ ਜਿਹੜੇ ਹੈ ਇਹਨਾਂ ਦਾ ਨਿਰਮਾਣ ਅੰਡਕੋਸ਼ ਵਿੱਚ ਹੁੰਦਾ ਹੈ। ਆ ਦੇਖੋ ਬੇਟੇ ਦੋ ਜਿਹੜੀਆਂ ਨੇ ਓਵਰੀਜ਼ ਹੁੰਦੀਆਂ, ਅੰਡਕੋਸ਼ ਹੁੰਦੇ ਆ। ਜਨਮ ਤੋਂ ਹੀ ਕੁੜੀਆਂ ਵਿੱਚ ਜਿਹੜੇ ਆ ਦੋ ਅੰਡਕੋਸ਼ ਹੁੰਦੇ ਆ, ਇਹ ਛੋਟੇ ਹੁੰਦੇ ਆ ਤੇ ਅਵਿਕਸਿਤ ਹੁੰਦੇ ਆ। ਪਰ ਜਦੋਂ ਪਿਊਬਰਟੀ ਦੀ ਏਜ, ਜਦੋਂ ਆਪਾਂ ਕਹਿੰਦੇ ਆ ਕਿ ਜਦੋਂ ਕਿਸ਼ੋਰ ਅਵਸਥਾ ਹੁੰਦੀ ਹੈ ਤਾਂ ਇਹ ਜਿਹੜੇ ਵਿਕਸਿਤ ਹੋਣ ਲੱਗਦੇ ਆ ਤੇ ਇਹਨਾਂ ਦੋਵਾਂ ਅੰਡਕੋਸ਼ਾਂ ਦੇ ਵਿੱਚ ਹਰ ਮਹੀਨੇ ਇੱਕ ਅੰਡਾ ਪੈਦਾ ਹੁੰਦਾ ਹੈ। ਤੇ ਇਹ ਦੇਖੋ ਇਹ ਪਤਲੀ ਫੈਲੋਪੀਅਨ ਟਿਊਬ ਦੋਨਾਂ ਦੇ ਤਰਫ ਤੋਂ ਕੀ ਆ ਰਹੀ ਹੈ, ਫੈਲੋਪੀਅਨ ਟਿਊਬਸ ਆ ਰਹੀਆਂ ਦੁਆਰਾ ਇਹ ਅੰਡਾ ਅੰਡਕੋਸ਼ ਤੋਂ, ਆ ਅੰਡਕੋਸ਼ ਹੈ, ਅੰਡਕੋਸ਼ ਤੋਂ ਇੱਥੋਂ ਫੈਲੋਪੀਅਨ ਟਿਊਬ ਦੁਆਰਾ ਕਿੱਥੇ ਆ ਜਾਂਦਾ ਹੈ, ਬੱਚੇਦਾਨੀ ਵਿੱਚ ਆ ਜਾਂਦਾ ਹੈ। ਦੋਵੇਂ ਅੰਡਵੈਨੀਆਂ ਜੁੜ ਕੇ ਇੱਕ ਲਚੀਲੀ ਥੈਲੀ ਨੁਮਾ ਰਚਨਾ ਦਾ ਨਿਰਮਾਣ ਕਰਦੀਆਂ ਨੇ ਜਿਸ ਨੂੰ ਅਸੀਂ ਗਰਭਕੋਸ਼ ਜਾਂ ਬੱਚੇਦਾਨੀ ਕਹਿੰਦੇ ਆ। ਤੇ ਇਹ ਬੱਚੇਦਾਨੀ ਜਿਹੜੀ ਹੈ ਇਹ ਸਰਵਿਕਸ ਰਾਹੀਂ ਕਾਦੇ ਵਿੱਚ ਖੁੱਲਦੀ ਹੈ, ਵਜਾਈਨਾ। ਸਮਝ ਆ ਗਈ ਬੇਟੇ? ਦੋ ਓਵਰੀਜ਼ ਹੁੰਦੀਆਂ ਨੇ, ਇਹਨਾਂ ਵਿੱਚੋਂ ਇੱਕ ਹਰ ਮਹੀਨੇ ਇੱਕ ਅੰਡਾ ਪੈਦਾ ਹੁੰਦਾ ਹੈ ਜੋ ਕਿ ਫੈਲੋਪੀਅਨ ਟਿਊਬ ਦੁਆਰਾ ਕਾਦੇ ਵਿੱਚ ਆ ਜਾਂਦਾ ਹੈ, ਬੱਚੇਦਾਨੀ। ਤੇ ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਨਿਸ਼ੇਚਨ ਕਿਰਿਆ ਹੁੰਦੀ ਹੈ ਤਾਂ ਕੀ ਹੁੰਦਾ। ਫਰਟੀਲਾਈਜੇਸ਼ਨ ਹੁਣ ਅਸੀਂ ਪੜਾਂਗੇ, ਇਹਦੇ ਵਿੱਚ ਕੀ ਹੋਊਗਾ, ਦੇਖੋ ਕਿ ਇੱਕ ਐਗ ਜਿਹੜਾ ਹੈ ਜਦੋਂ ਉਹਦੇ ਨਾਲ ਇੱਕ ਸਪਰਮ ਮਿਲਦਾ ਹੈ ਤਾਂ ਕੀ ਹੁੰਦਾ ਹੈ, ਫਰਟੀਲਾਈਜੇਸ਼ਨ, ਨਿਸ਼ੇਚਨ ਕਿਰਿਆ ਹੁੰਦੀ ਹੈ। ਨਿਸ਼ੇਚਨ ਕਿਰਿਆ ਤੋਂ ਬਾਅਦ ਜਿਹੜਾ ਹੈ ਯੁਗਮਜ ਬਣਦਾ ਹੈ ਤੇ ਉਹ ਬੱਚੇਦਾਨੀ ਦੀ ਦੀਵਾਰ ਨਾਲ ਸਥਾਪਿਤ ਹੋ ਕੇ ਵਿਭਾਜਿਤ ਹੋਣ ਲੱਗਦਾ ਹੈ। ਤੇ ਅਸੀਂ ਇਹ ਪਹਿਲਾਂ ਵੀ ਪੜ੍ਹਿਆ ਹੈ ਕਿ ਜਿਹੜੀ ਬੱਚੇਦਾਨੀ ਹੈ ਉਹ ਹਰ ਮਹੀਨੇ ਭਰੂਣ ਨੂੰ ਗ੍ਰਹਿਣ ਕਰਨ ਦੇ ਲਈ ਪੋਸ਼ਣ ਦੇ ਲਈ ਤਿਆਰੀ ਕਰਦੀ ਹੈ ਤੇ ਇਸ ਲਈ ਉਸਦੀ ਅੰਦਰੂਨੀ ਪਰਤ ਜਿਹੜੀ ਉਹ ਮੋਟੀ ਹੋ ਜਾਂਦੀ ਹੈ ਤੇ ਭਰੂਣ ਦੇ ਪੋਸ਼ਣ ਲਈ ਲਹੂ ਦਾ ਪ੍ਰਵਾਹ ਵੀ ਵੱਧ ਜਾਂਦਾ ਹੈ। ਦੇਖੋ ਆਪਾਂ ਦੇਖਦੇ ਹਾਂ ਇਹਦੇ ਵਿੱਚ, ਆ ਦੇਖੋ ਆਹ ਜਿਹੜੀ ਹੈ ਬੱਚੇਦਾਨੀ ਦੇ ਵਿੱਚ ਕੀ ਹੈ ਕਿ ਐਂਬਰੀਓ ਜਿਹੜਾ ਭਰੂਣ ਜਿਹੜਾ ਹੈ ਉਹ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਹੁਣ ਭਰੂਣ ਨੂੰ ਜਿਹੜਾ ਹੈ ਜਿਹੜਾ ਪੋਸ਼ਣ ਹੈ ਉਹ ਕਿੱਥੋਂ ਮਿਲਦਾ ਹੈ, ਮਾਂ ਦੇ ਖੂਨ ਚੋਂ। ਉਹ ਕਾਦੇ ਦੁਆਰਾ ਮਿਲਦਾ ਹੈ, ਪਲੇਸੈਂਟਾ ਦੁਆਰਾ। ਕਾਦੇ ਦੁਆਰਾ, ਪਲੇਸੈਂਟਾ ਦੁਆਰਾ। ਪਲੇਸੈਂਟਾ ਦੁਆਰਾ ਹੀ ਬੱਚਾ ਜਿਹੜਾ ਹੈ, ਦੇਖੋ ਪਲੇਸੈਂਟਾ ਦੁਆਰਾ ਬੱਚਾ ਜਿਹੜਾ ਹੈ ਮਾਂ ਦੇ ਸਰੀਰ ਦੇ ਨਾਲ ਜੁੜਿਆ ਹੁੰਦਾ ਹੈ ਤੇ ਇਹ ਇੱਕ ਤਸ਼ਤਰੀ ਜਿਹੀ, ਆ ਦੇਖੋ ਤਸ਼ਤਰੀ ਜਿਹੀ ਰਚਨਾ ਹੁੰਦੀ ਹੈ ਜੋ ਬੱਚੇਦਾਨੀ ਦੀ ਕੰਧ ਵਿੱਚ ਧਸੀ ਹੁੰਦੀ ਹੈ ਤੇ ਇਸ ਦੇ ਦੁਆਰਾ ਹੀ ਬੱਚੇ ਨੂੰ ਜਿਹੜੀ ਹੈ ਮਾਂ ਦੇ ਸਰੀਰ ਚੋਂ ਗਲੂਕੋਜ਼, ਆਕਸੀਜਨ ਤੇ ਹੋਰ ਪਦਾਰਥ ਜਿਹੜੇ ਆ ਉਹ ਮਿਲਦੇ ਹਨ ਤੇ ਜਿਹੜਾ ਵੱਧਦਾ ਹੋਇਆ ਭਰੂਣ ਹੈ ਉਹ ਮਲ ਪਦਾਰਥ ਵੀ ਪੈਦਾ ਕਰਦਾ ਹੈ। ਇਸ ਦਾ ਨਿਪਟਾਰਾ ਵੀ ਜਿਹੜਾ ਹੈ ਇਹਦੇ ਦੁਆਰਾ ਪਲੇਸੈਂਟਾ ਜਾਂ ਔਲ ਦੁਆਰਾ ਕੀਤਾ ਜਾਂਦਾ ਹੈ ਤੇ ਮਾਂ ਦੇ ਸਰੀਰ ਵਿੱਚ ਬੱਚਾ ਜਿਹੜਾ ਹੈ 9 ਮਹੀਨੇ ਵਿੱਚ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦਾ ਹੈ। ਹੁਣ ਆਪਾਂ ਦੇਖਦੇ ਹਾਂ, ਇਹ ਤਾਂ ਸੀਗਾ ਵੀ ਫਰਟੀਲਾਈਜੇਸ਼ਨ ਹੋ ਗਈ ਤਾਂ ਕੀ ਹੁੰਦਾ ਤੇ ਹੁਣ ਅਸੀਂ ਦੇਖਦੇ ਹਾਂ ਕਿ ਜੇ ਫਰਟੀਲਾਈਜੇਸ਼ਨ ਨਹੀਂ ਹੁੰਦੀ, ਬੱਚੇਦਾਨੀ ਜਿਹੜੀ ਹੈ ਉਹ ਹਰ ਮਹੀਨੇ ਤਿਆਰ ਹੁੰਦੀ ਹੈ ਮਤਲਬ ਭਰੂਣ ਦੇ ਪੋਸ਼ਣ ਦੇ ਲਈ। ਪਰ ਹੁਣ ਜੇ ਐਗ ਦੀ ਫਰਟੀਲਾਈਜੇਸ਼ਨ ਹੀ ਨਹੀਂ ਹੁੰਦੀ ਸਪਰਮ ਨਾਲ ਤਾਂ ਫਿਰ ਕੀ ਹੁੰਦਾ ਕਿ ਉਹ ਜਿਹੜੀਆਂ ਉਹਦੀਆਂ ਦੀਵਾਰਾਂ ਮੋਟੀਆਂ ਹੋਈਆਂ ਹੁੰਦੀਆਂ, ਦੇਖੋ ਅਸੀਂ ਪੜ੍ਹਿਆ ਇਟਸ ਵਾਲਸ ਬਿਕਮ ਥਿਕ ਐਂਡ ਸਪੰਜੀ ਵਿਦ ਬਲੱਡ ਵੈਸਲਸ ਫॉर ਨਰਿਸ਼ਿੰਗ ਦਾ ਐਮਬ੍ਰਿਓ। ਠੀਕ ਹੈ, ਹੁਣ ਜੇ ਫਰਟੀਲਾਈਜੇਸ਼ਨ ਨਹੀਂ ਹੁੰਦੀ ਤਾਂ ਇਹ ਜਿਹੜੀਆਂ ਦੀਵਾਰਾਂ ਦੀ ਪਰਤ ਹੈ ਇਹ ਹੌਲੀ ਹੌਲੀ ਟੁੱਟ ਜਾਂਦੀ ਹੈ ਤੇ ਬਲੱਡ ਤੇ ਮਿਊਕਸ ਦੇ ਰੂਪ ਵਿੱਚ ਵਜਾਈਨਾ ਦੇ ਦੁਆਰਾ ਬਾਹਰ ਨਿਕਲ ਜਾਂਦੀ ਹੈ। ਇਹ ਇਸ ਨੂੰ ਅਸੀਂ ਮਾਹਵਾਰੀ ਕਹਿੰਦੇ ਹਾਂ। ਇਹ ਲਗਭਗ 2 ਤੋਂ 8 ਦਿਨ ਤੱਕ ਰਹਿੰਦੀ ਹੈ ਤੇ ਮਹੀਨੇ ਦਾ ਇਹਦਾ ਇੱਕ ਚੱਕਰ ਹੈ, 28 ਦਿਨਾਂ ਬਾਅਦ ਇਹ ਮੈਂਸੂਰੇਸ਼ਨ ਜਿਹੜੀ ਹੈ ਹੁੰਦੀ ਹੈ। ਹੁਣ ਆ ਗਿਆ ਬੇਟਾ ਸਾਡੇ ਕੋਲ ਰਿਪਰੋਡਕਟਿਵ ਹੈਲਥ, ਕਿ ਸਾਡੀ ਸਿਹਤ ਕਿਹੋ ਜਿਹੀ ਹੋਣੀ ਚਾਹੀਦੀ ਹੈ। ਪ੍ਰਜਨਨਿਕ ਸਿਹਤ, ਮਤਲਬ ਵੀ ਸਾਨੂੰ ਜਿਹੜਾ ਹੈ ਆਪਣੀ
ਰਿਪਰੋਡਕਟਿਵ ਹੈਲਥ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਇਸ ਦੇ ਦੁਆਰਾ ਵੀ ਮਤਲਬ ਸੈਕਸ਼ੂਅਲੀ ਟ੍ਰਾਂਸਮਿਟਡ ਜਿਹੜੀਆਂ ਡਿਜ਼ੀਜ਼ਿਜ਼ ਹੈ, STD ਵੀ ਇਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ, ਉਹ ਬਿਮਾਰੀਆਂ ਲੱਗਣ ਦਾ ਡਰ ਹੁੰਦਾ ਹੈ। ਜਿਵੇਂ ਬੈਕਟੀਰੀਆ ਦੇ ਕਾਰਨ ਕਿਹੜੀਆਂ ਬਿਮਾਰੀਆਂ ਲੱਗਦੀਆਂ, ਗਨੋਰੀਆ ਤੇ ਸਿਫਿਲਿਸ, ਤੇ ਵਾਇਰਸ ਦੇ ਦੁਆਰਾ ਕਿਹੜੀਆਂ ਲੱਗਦੀਆਂ, ਵਾਟਸ ਤੇ HIV ਏਡਸ ਤੁਸੀਂ ਸੁਣੀ ਹੈ, ਤੇ ਇਹ ਦੋਨੋਂ ਬੈਕਟੀਰੀਆ ਤੇ ਵਾਇਰਸ ਦੁਆਰਾ ਫੈਲਣ ਵਾਲੀਆਂ ਬਿਮਾਰੀਆਂ। ਫਿਰ ਹੈਗਾ ਪ੍ਰੀਵੈਂਸ਼ਨ ਆਫ ਪ੍ਰੈਗਨੈਂਸੀ, ਮਤਲਬ ਅਸੀਂ ਗਰਭ ਕਿਵੇਂ ਰੋਕ ਸਕਦੇ, ਗਰਭ ਨਿਰੋਧਨ ਜਿਹਨੂੰ ਅਸੀਂ ਕਹਿੰਦੇ ਆ। ਇਹਦੇ ਮੇਨਲੀ 3 ਮੈਥਡ ਹੈ, ਬੈਰੀਅਰ ਮੈਥਡ, ਕੈਮੀਕਲ ਮੈਥਡ ਤੇ ਸਰਜੀਕਲ। ਬੈਰੀਅਰ ਮੈਥਡ ਜਿਹੜਾ ਹੈ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਕੰਸਿਸਟਿੰਗ ਆਫ ਯੂਜ਼ਿੰਗ ਕੰਡੋਮਸ, ਪ੍ਰੋਪਰਟੀ ਵਗੈਰਾ, ਠੀਕ ਹੈ, ਇਹ ਯੂਜ਼ ਕਰਕੇ। ਕੈਮੀਕਲ ਮੈਥਡ ਜਿਹੜੇ ਇਹਦੇ ਵਿੱਚ ਅਸੀਂ ਕੋਈ ਖਾਣ ਵਾਲੀਆਂ ਗੋਲੀਆਂ ਵਗੈਰਾ ਲੈ ਕੇ ਗਰਭ ਧਾਰਨ ਨੂੰ ਰੋਕ ਸਕਦੇ ਹਾਂ। ਤੇ ਸਰਜੀਕਲ ਮੈਥਡ ਜਿਹੜਾ ਇਹਦੇ ਵਿੱਚ ਸਰਜਰੀ ਕੀਤੀ ਜਾਂਦੀ ਹੈ ਨਰ ਅਤੇ ਮਾਦਾ ਦੇ ਵਿੱਚ, ਤਾਂ ਕਿ ਨਰ ਦੇ ਵਿੱਚ ਸ਼ੁਕਰਾਣੂ ਵਹਿਣੀਆਂ ਵਿੱਚ ਰੋਕ ਪਾ ਦਿੱਤੀ ਜਾਂਦੀ ਹੈ, ਤਾਂ ਕਿ ਸ਼ੁਕਰਾਣੂ ਦਾ ਪਰਿਵਹਨ ਰੁਕ ਜਾਵੇ। ਤੇ ਇਸਤਰੀਆਂ ਵਿੱਚ ਕੀ ਹੈ, ਫੈਲੋਪੀਅਨ ਟਿਊਬਸ ਦੇ ਵਿੱਚ ਰੋਕ ਪਾ ਦਿੱਤੀ ਜਾਂਦੀ ਹੈ, ਤਾਂ ਜੋ ਅੰਡਾ ਜਿਹੜਾ ਅੰਡਕੋਸ਼ ਤੱਕ ਨਾ ਪਹੁੰਚ ਸਕੇ। ਇਹ ਤੁਹਾਨੂੰ ਬੇਟੇ ਮੈਨੂੰ ਲੱਗਦਾ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ। ਇਹ ਆਪਣਾ ਲੈਸਨ ਖਤਮ ਹੋ ਗਿਆ। ਧੰਨਵਾਦ।